सो गुड इवनिंग एवरीबॉडी। आज मैं जो जिस टॉपिक पे लेक्चर ले रहे हैं, दिस इज योर लूपिंग स्टेटमेंट्स इन पाइथन। और लूपिंग स्टेटमेंट्स जो पाइथन 'ਚ ਅਸੀਂ ਯੂਜ਼ ਕਰਾਂਗੇ, ਮੋਸਟ ਕਾਮਨ ਲੂਪਿੰਗ ਸਟੇਟਮੈਂਟ ਜਿਹੜੀ ਅਸੀਂ ਪਾਈਥਨ 'ਚ ਯੂਜ਼ ਕਰਾਂਗੇ, that is your for loop and while। ਮੈਂ ਬਿਫੋਰ ਇਸ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਲੂਪਿੰਗ ਦਾ ਇੱਕ ਕਨਸੈਪਟ ਦੱਸਣਾ ਵੀ ਅਸੀਂ ਲੂਪਿੰਗ ਸਟੇਟਮੈਂਟਸ ਕਿਉਂ ਯੂਜ਼ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਪਹਿਲੇ ਪ੍ਰੋਗਰਾਮ ਕੀਤੇ, ਫਸਟ ਪ੍ਰੋਗਰਾਮ ਕੀਤਾ ਸੀਗਾ ਹੈਲੋ ਵਰਲਡ ਦਾ ਪ੍ਰੋਗਰਾਮ ਸੀਗਾ। ਹੈਲੋ ਵਰਲਡ ਦੇ ਪ੍ਰੋਗਰਾਮ ਦਾ ਕੀ ਪਰਪਸ ਸੀਗਾ? ਜਸਟ ਉਹ ਹੈਲੋ ਵਰਲਡ ਨੂੰ ਸਕਰੀਨ ਤੇ ਪ੍ਰਿੰਟ ਕਰ ਦਿੱਤਾ। ਕਿੰਨੀ ਵਾਰੀ ਪ੍ਰਿੰਟ ਕਰਦਾ ਉਸ ਹੈਲੋ ਵਰਲਡ ਦੇ ਪ੍ਰੋਗਰਾਮ ਨੂੰ? that will print once। ਇੱਕ ਵਾਰੀ ਉਸ ਪ੍ਰੋਗਰਾਮ ਨੂੰ ਪ੍ਰਿੰਟ ਕਰੇਗਾ। ਔਰ ਅਗਰ ਮੈਂ ਹੈਲੋ ਵਰਲਡ ਨੂੰ 10 ਵਾਰੀ ਸਕਰੀਨ ਤੇ ਪ੍ਰਿੰਟ ਕਰਨਾ ਹੋਵੇ ਤਾਂ what is the possible way? ਮੈਂ ਉਸ ਪ੍ਰਿੰਟ ਸਟੇਟਮੈਂਟ ਨੂੰ 10 ਵਾਰੀ ਟਾਈਪ ਕਰਾਂਗਾ। ਲਾਈਕਵਾਈਜ਼ ਮੈਂ ਤੁਹਾਨੂੰ ਇਸੇ ਚੀਜ਼ ਨੂੰ ਹੁਣ ਤੁਹਾਨੂੰ ਡਿਸਪਲੇ ਕਰਕੇ ਦੱਸਦਾ that ਮੈਂ ਹੁਣ ਆਈਡੀਅਲ ਸਕਰੀਨ ਤੇ ਲੈ ਕੇ ਆ ਰਿਹਾ। ਪ੍ਰੈਕਟੀਕਲੀ ਜੋ ਚੀਜ਼ ਅਸੀਂ ਲਈ ਹੈ, ਅੱਗੇ ਵੀ ਤੁਸੀਂ ਪਾਈਥਨ ਦੇ ਪ੍ਰੋਗਰਾਮਸ ਕੀਤੇ ਹੋਣੇ ਆ ਐਂਡ ਸੇਮ ਅਸੀਂ ਪਾਈਥਨ ਦੇ ਪ੍ਰੋਗਰਾਮ ਅਸੀਂ ਹੁਣ ਕਰਾਂਗੇ। ਅਦਰਵਾਈਜ਼ ਅਗਰ ਮੈਂ ਦੇਖੋ ਤੁਹਾਡੇ ਸਾਹਮਣੇ ਸਕਰੀਨ ਤੇ ਆ ਰਿਹਾ, ਲੁੱਕ ਐਟ ਆਈ ਐਮ ਸ਼ੇਅਰਿੰਗ ਦਾ ਸਕਰੀਨ। ਹੈਲੋ ਵਰਲਡ ਦੇ ਪ੍ਰੋਗਰਾਮ ਦੀ ਹੀ ਗੱਲ ਕਰ ਰਹੇ ਹਾਂ ਜਿਹੜਾ ਤੁਸੀਂ ਅੱਗੇ ਵੀ ਕੀਤਾ ਹੈ। ਦਿਸ ਇਜ਼ ਦ ਸਿੰਪਲੈਸਟ ਪ੍ਰੋਗਰਾਮ ਦੈਟ ਯੂ ਹੈਵ ਗॉट। ਤੁਹਾਡੇ ਸਾਹਮਣੇ ਸਕਰੀਨ ਆਈ ਹੈ, ਦਿਸ ਇਜ਼ ਹੈਲੋ ਵਰਲਡ। मैं एक प्रोग्राम बना रहे हैं। इस प्रोग्राम का पर्पस है टू प्रिंट हेलो। इन्हें मैंने कहा अनएक्सपेक्टेड इंडेंट, इतने इंडेंट नहीं देना। ਅਸੀਂ ਲਾਸਟ ਟਾਈਮ ਇੰਡੈਂਟੇਸ਼ਨ ਦੀ ਗੱਲ ਕੀਤੀ ਸੀ, ਇੰਡੈਂਟੇਸ਼ਨ ਹਰ ਜਗ੍ਹਾ ਤੇ ਨਹੀਂ ਦੇ। ਔਰ ਅਗਰ ਤੁਸੀਂ ਸਕਰੀਨ ਤੇ ਦੇਖੋਗੇ ਕੀ ਤੁਹਾਡੇ ਸਾਹਮਣੇ ਆ ਗਿਆ, ਆਊਟਪੁੱਟ ਸਕਰੀਨ ਤੇ ਕੀ ਜਨਰੇਟ ਹੋਇਆ, ਦਿਸ ਇਜ਼ ਹੈਲੋ ਵਰਲਡ। ਬੜਾ ਸਿੰਪਲ ਜਿਹਾ ਪ੍ਰੋਗਰਾਮ ਹੈ। ਜਦੋਂ ਅਸੀਂ ਪਾਈਥਨ ਸਟਾਰਟ ਕੀਤੀ ਸੀ ਅਸੀਂ ਇਹੀ ਪ੍ਰੋਗਰਾਮ ਕੀਤਾ। लेकिन अगर मैं इस हेलो वर्ल्ड ਨੂੰ 10 ਵਾਰੀ ਪ੍ਰਿੰਟ ਕਰਨਾ ਹੈ, if I want to print this program 10 times, मैं ਕੀ ਕਰਾਂਗਾ? हाँ जी, लूपिंग ਦੀ ਤੁਹਾਡੇ ਨਾਲ ਗੱਲ ਨਹੀਂ ਕਰ ਰਿਹਾ, I'm not talking about loop। मैं ਕੀ ਕਰਾਂਗਾ? what I will do, ਆ ਦੇਖੋ ਇਹ ਤੁਹਾਡੇ ਸਾਹਮਣੇ ਸਕਰੀਨ ਆ ਰਹੀ ਹੈ, ਇਸ ਪ੍ਰਿੰਟ ਟੈਕਸਟ ਨੂੰ ਮੈਂ 10 ਵਾਰੀ ਕਾਪੀ ਕਰ ਦਿੰਦਾ। ਨॉर्मल प्रोसीजर ਇਹੀ ਹੈ ਨਾ। 1 2 3 4 5 6 7 8 9 10। I will save this program, I will run this program। और ਜਦੋਂ ਮੈਂ ਇਸ ਪ੍ਰੋਗਰਾਮ ਨੂੰ ਰਨ ਕਰ ਰਿਹਾ ਹਾਂ, now look at the screen। ਤੁਹਾਡੇ ਸਕਰੀਨ ਤੇ 1 2 3 4 5 6 7 8 9 10 ਵਾਰੀ ਤੁਹਾਡੇ ਹੈਲੋ ਵਰਲਡ ਪ੍ਰਿੰਟ ਹੋ। ਸੋ ਇਹ ਸਾਡੀ ਨਾਰਮਲ ਪ੍ਰੋਗਰਾਮਿੰਗ ਪ੍ਰੈਕਟਿਸ ਹੈ। ਦਿਸ ਇਜ਼ ਆਰ ਨਾਰਮਲ ਪ੍ਰੋਗਰਾਮਿੰਗ ਪ੍ਰੈਕਟਿਸ। ਜਿਸ ਪ੍ਰੈਕਟਿਸ 'ਚ ਅਸੀਂ ਕੀ ਕਰਦੇ ਹਾਂ that ਅਗਰ ਅਸੀਂ ਕਿਸੇ ਵੀ ਪ੍ਰੋਗਰਾਮ ਨੂੰ ਪ੍ਰਿੰਟ ਕਰਨਾ ਹੈ, ਮਲਟੀਪਲ ਟਾਈਮਸ ਕੋਈ ਆਊਟਪੁੱਟ ਨੂੰ ਪ੍ਰਿੰਟ ਕਰਨਾ ਹੈ, ਤਾਂ ਅਸੀਂ ਉਨੀਆਂ ਸਟੇਟਮੈਂਟਸ ਲਗਾ ਦਿੰਦੇ ਹਾਂ ਔਰ ਉਹ ਸਟੇਟਮੈਂਟਸ ਦੇ ਨਾਲ ਉਹ ਪਾਰਟਿਕੂਲਰ ਆਊਟਪੁੱਟ ਪ੍ਰਿੰਟ ਹੋ ਜਾਂਦਾ ਹੈ। ਅਗਰ ਇਹ 10 ਸਟੇਟਮੈਂਟਸ ਦੀ ਜਗ੍ਹਾ ਮੈਂ ਇੱਕ ਸਟੇਟਮੈਂਟ ਦੇ ਨਾਲ if instead of these 10 statements मैं एक particular statement ਦੇ ਨਾਲ ਇਹ ਸਾਰੀ ਦੀ ਸਾਰੀ ਆਊਟਪੁੱਟ ਜਨਰੇਟ ਕਰਾਂ, so that would be a preferred option। ਸੇਮ ਚੀਜ਼ ਦੀ ਮੈਂ ਗੱਲ ਕਰ ਰਿਹਾ, look at this one। ਮੈਂ ਤੁਹਾਡੇ ਸਾਹਮਣੇ ਉਹੀ ਚੀਜ਼ ਤੁਹਾਡੀ ਸਕਰੀਨ ਤੇ ਵੀ ਲੈ ਕੇ ਦਿਖਾਊਂਗਾ। ਅਗਰ ਮੈਂ ਇਸ ਸਟੇਟਮੈਂਟ ਦੀ ਜਗ੍ਹਾ ਮੈਂ ਸਿਰਫ ਜਿਸ ਚੀਜ਼ ਨੂੰ ਮੈਂ ਪ੍ਰਿੰਟ ਕਰਨਾ ਚਾਹੁੰਦਾ ਇੱਕ ਸਟੇਟਮੈਂਟ ਦੇ ਨਾਲ ਹੀ ਮੈਂ ਉਸ ਚੀਜ਼ ਨੂੰ ਪ੍ਰਿੰਟ ਕਰਦਾ ਨਾ, so that would be a preferred option। ਅਸੀਂ ਉਸ ਚੀਜ਼ ਨੂੰ ਪ੍ਰੈਫਰ ਕਰਾਂਗੇ that ਮੈਨੂੰ ਬਾਰ-ਬਾਰ ਉਹ ਚੀਜ਼ ਨਾ ਰਿਪੀਟ ਕਰਨੀ ਪਵੇ। so for this purpose we will use looping statements। ਔਰ looping statements ਦੇ ਵਿੱਚ ਮੈਂ ਇਹੀ ਚੀਜ਼ ਤੁਹਾਨੂੰ
इंस्टेड ऑफ प्रिंटिंग इट 10 टाइम्स बार बार स्टेटमेंट लिखने की जगह सिंगल स्टेटमेंट के नाल ਅਸੀਂ ਉਹੀ ਆਊਟਪੁੱਟ ਅਬਟੇਨ ਕਰਾਂ। ਜੇ ਮੰਨ ਲਓ ਮੈਨੂੰ ਹੈਲੋ ਵਰਲਡ ਨੂੰ 100 ਵਾਰੀ ਲਿਖਣਾ ਪਿਆ ਮੈਂ 100 ਸਟੇਟਮੈਂਟਸ ਨਹੀਂ ਲਿਖੂੰਗਾ 1000 ਵਾਰੀ ਲਿਖਣਾ ਪਿਆ 1000 ਸਟੇਟਮੈਂਟਸ ਨਹੀਂ ਕਰਾਂਗਾ। ਆਈ ਫੀਲ ਈਜ਼ ਜਿਹੜਾ ਕੰਮ ਰਿਪੀਟਿਵਲੀ ਹੋਣਾ ਜੋ ਕੰਮ ਬਾਰ-ਬਾਰ ਹੋਣਾ ਉਸ ਕੰਮ ਨੂੰ ਇੰਸਟੈਡ ਆਫ ਯੂਜ਼ਿੰਗ ਐਨੀਆਂ ਆਊਟਪੁੱਟ ਸਟੇਟਮੈਂਟਸ मैं एक सिंगल या 2 लाइन ਦੀ स्टेटमेंट ਦੇ ਨਾਲ ਉਹ ਆਊਟਪੁੱਟ ਜਨਰੇਟ ਕਰ ਸਕਦਾ। सो दैट इज ए प्रेफर्ड ऑप्शन और उस ऑप्शन ਨੂੰ ਬਣਾਉਣ ਲਈ what we basically do we basically use looping statement. The computer is capable of repeating a group of instructions many times without calling the procedure for each set of data. ਅਸੀਂ ਉਹ ਜਿਹੜੀ ਸਟੇਟਮੈਂਟ ਸੀਗੀ ਅਸੀਂ ਉਸ ਨੂੰ ਜਿਹੜੀ ਇੱਕ ਸਟੇਟਮੈਂਟ ਹੈ ਅਸੀਂ ਉਸ ਨੂੰ ਬਾਰ-ਬਾਰ ਲਿਖਿਆ ਇੰਸਟੈਡ ਆਫ ਰਾਈਟਿੰਗ ਅਸੀਂ ਉਸ ਸਟੇਟਮੈਂਟ ਨੂੰ ਬਾਰ-ਬਾਰ ਲਿਖਣ ਦੀ ਜਗ੍ਹਾ ਸਾਡੇ ਕੋਲ ਐਸੇ ਪ੍ਰੋਸੀਜਰਸ ਹੈ ਸਾਡੇ ਕੋਲ ਐਸੀਆਂ ਸਟੇਟਮੈਂਟਸ ਹੈ ਜਿਹੜੀਆਂ ਉਹਨੂੰ 10 ਵਾਰੀ ਆਟੋਮੈਟਿਕਲੀ ਰਿਪੀਟ ਕਰ ਦੂਗੀ ਬਾਈ ਯੂਜ਼ਿੰਗ ਏ ਸਿੰਗਲ ਸਟੇਟਮੈਂਟ। The process of repeating a series of instructions is called looping. और उस लूप ਦੇ ਵਿੱਚ ਜਿਹੜੀਆਂ instructions store ਕੀਤੀਆਂ ਜਾਂਦੀਆਂ these instructions are being called as loop. और Python ਦੇ ਵਿੱਚ ਅਸੀਂ ਦੋ ਟਾਈਪ ਦੇ looping statement use ਕਰਾਂਗੇ first is your for loop second is your while loop. मैं ਦੋਨਾਂ ਦਾ ਤੁਹਾਨੂੰ ਡਿਫਰੈਂਸ ਵੀ ਦੱਸਾਂਗਾ ਤੁਸੀਂ ਹਾਲੇ ਕਿ ਬਾਕੀ ਲੈਂਗੁਏजेस ਦੇ ਵਿੱਚ ਵੀ ਇਹਨਾਂ ਦਾ ਡਿਫਰੈਂਸ ਪੜਿਆ ਹੋਵੇਗਾ ਲੇਕਿਨ ਮੈਂ ਪਾਈਥਨ ਦੇ ਵਿੱਚ ਤੁਹਾਨੂੰ ਉਹ ਫॉर ਔਰ ਵਾਈਲ ਲੂਪ ਦਾ ਡਿਫਰੈਂਸ ਵੀ ਦੱਸਾਂਗੇ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ ਕਿਸ ਪੁਆਇੰਟ ਤੇ ਅਸੀਂ ਫॉर ਲੂਪ ਯੂਜ਼ ਕਰਨੀ ਹੈ ਕਿਸ ਪੁਆਇੰਟ ਤੇ ਅਸੀਂ ਵਾਈਲ ਲੂਪ ਯੂਜ਼ ਕਰਨੀ ਹੈ ਕਿਉਂਕਿ ਸਟੂਡੈਂਟ ਦੇ ਦਿਮਾਗ ਦੇ ਵਿੱਚ ਬਹੁਤ ਵੱਡਾ ਕਨਫਿਊਜ਼ਨ ਹੁੰਦਾ ਹੈ ਕਿ ਸਰ ਇੱਥੇ ਅਸੀਂ ਫॉर ਲੂਪ ਯੂਜ਼ ਕਰੀਏ ਇੱਥੇ ਅਸੀਂ ਵਾਈਲ ਲੂਪ ਯੂਜ਼ ਕਰੀਏ ਹੈ ਦੋਨੋਂ ਲੂਪਿੰਗ ਸਟੇਟਮੈਂਟਸ लेकिन फॉर लूप का एक अपना पर्टिकुलर पर्पस है और वाइल लूप का एक अपना पर्टिकुलर पर्पस है। तो फॉर लूप और इस फॉर लूप का की यूज है वो मैं थोड़ा डिस्कस करने लगा। फॉर लूप इज ए ब्लॉक ऑफ स्टेटमेंट्स फॉर लूप इज ए ब्लॉक ऑफ स्टेटमेंट्स that is used to carry out a looping operation a fixed number of times। मैं ਤੁਹਾਨੂੰ ਇੱਕ ਬੇਸਿਕ ਗੱਲ ਦੱਸਦਾ ਅਗਰ ਤੁਹਾਨੂੰ ਪਤਾ ਹੈ ਸਟਾਰਟ ਤੋਂ ਹੀ ਪਤਾ ਹੈ that ਇਹ ਲੂਪ ਸਟੇਟਮੈਂਟ ਨੂੰ ਮੈਂ 100 ਵਾਰੀ ਐਗਜ਼ੀਕਿਊਟ ਕਰਨਾ ਹੈ ਜਾਂ 200 ਵਾਰੀ ਐਗਜ਼ੀਕਿਊਟ ਕਰਨਾ ਹੈ then we are going to basically use a for loop। ਮੈਂ ਤੁਹਾਨੂੰ ਹਜੇ ਪਾਈਥਨ ਦੇ ਸਿੰਟੈਕਸ ਦੀ ਗੱਲ ਨਹੀਂ ਕਰਾਂਗਾ ਮੈਂ ਤੁਹਾਨੂੰ ਸਿੰਪਲ ਉਸ ਲੈਂਗੁਏਜ ਦੇ ਸਿੰਟੈਕਸ ਦੀ ਗੱਲ ਕਰਾਂਗਾ ਸੀ ਦੇ ਵਿੱਚ ਸੀ ਤੁਸੀਂ ਸਟੇਟਮੈਂਟ ਲਿਖਦੇ ਸੀ for x is equal to 0 semicolon x is less than equal to 20 x plus plus ਆਮ ਤੌਰ ਤੇ ਸੈਮੀਕੋਲਨ ਨਹੀਂ ਲਗਾਉਂਦੇ ਸੀ ਇਸ ਤੋਂ ਬਾਅਦ ਲੂਪਿੰਗ ਸਟੇਟਮੈਂਟ ਤੋਂ ਬਾਅਦ ਸੀ ਚ ਅਸੀਂ ਸੈਮੀਕੋਲਨ ਨਹੀਂ ਲਗਾਉਂਦੇ ਸੀ ਸੀ ਦੀ ਫॉर ਲੂਪ ਦੀ ਮੈਂ ਐਕਸਪਲੇਨੇਸ਼ਨ ਦੇ ਰਿਹਾ ਇਹ ਪਾਈਥਨ ਦੀ ਸਿੰਟੈਕਸ ਨਹੀਂ ਹੈ ਇਸ ਸਟੇਟਮੈਂਟ ਨੂੰ ਕਹਿੰਦੇ ਸੀ ਇਨੀਸ਼ੀਅਲਾਈਜੇਸ਼ਨ ਸਟੇਟਮੈਂਟ ਇਸ ਸਟੇਟਮੈਂਟ ਨੂੰ ਅਸੀਂ ਕਹਿੰਦੇ ਸੀਗੇ ਫਾਈਨਲ ਸਟੇਟਮੈਂਟ ठीक है this statement is being called as final statement and this is increment decrement statement a starting value है a ending value है a increment decrement operator है इस स्टेटमेंट का मतलब सीगा भी x की वैल्यू 0 है लेस देन इक्वल टू v 0 तो लेके v तक x की वैल्यू x प्लस प्लस इनिशियल वैल्यू x की 0 है x प्लस प्लस का मतलब होता है x इज इक्वल टू x प्लस 1 पहली वैल्यू 0 है उस तो बाद ਜਿਹੜੀਆਂ ਦੇ ਨਾਲ सेट ऑफ स्टेटमेंट्स नीचे ब्रैकेट स्टार्ट करके ब्रैकेट एंड करके लिखते हैं वो स्टेटमेंट्स एग्जीक्यूट हो गए फिर x की वैल्यू इतना इंक्रीमेंट होके x की वैल्यू 1 बन जाएगी फिर 2 बन जाएगी फिर 3 बन जाएगी
दिस वे ਜਦੋਂ ਤੱਕ x ਦੀ ਵੈਲਿਊ 20 ਨਹੀਂ ਹੋਏਗੀ ਇਹ ਲੂਪ ਐਕਸੀਕਿਊਟ ਹੁੰਦੀ ਜਾਏਗੀ 21 ਵਾਰੀ x is equal to 0 0 ਤੋਂ ਲੈ ਕੇ 20 ਤੱਕ ਟੋਟਲ 21 ਵਾਰੀ ਲੂਪ ਐਕਸੀਕਿਊਟ ਹੋਏਗੀ ਔਰ ਜਦੋਂ x ਦੀ ਵੈਲਿਊ 21 ਹੋਗੀ ਤੁਹਾਡੀ ਲੂਪ ਟਰਮੀਨੇਟ ਹੋ ਨਾउ ਲੁੱਕ ਐਟ ਦਿਸ ਸਟੇਟਮੈਂਟ ਸਾਨੂੰ ਇਹ ਸਟੇਟਮੈਂਟ ਤੋਂ ਸਟਾਰਟ ਤੋਂ ਹੀ ਪਤਾ ਹੈ that ਲੂਪ ਨੇ 21 ਵਾਰੀ ਐਕਸੀਕਿਊਟ ਹੋਣਾ ਹੈ ਫਿਕਸਡ ਨੰਬਰ ਆਫ ਟਾਈਮਸ अगर x ਦੀ ਇੱਥੇ ਲਿਖਿਆ ਹੁੰਦਾ ਲੈਸ ਦੈਨ 20 ਤਾਂ ਲੂਪ ਨੇ 20 ਵਾਰੀ ਐਕਸੀਕਿਊਟ ਹੋਣਾ 0 ਤੋਂ ਲੈ ਕੇ 0 ਤੋਂ ਲੈ ਕੇ 19 ਤੱਕ 0 1 2 19 ਤੱਕ ਟੋਟਲ 20 ਟਾਈਮਸ ਹੁੰਦਾ ਅਗਰ x ਦੇ ਵਿੱਚ 0 ਤੋਂ ਲੈ ਕੇ ਲੈਸ ਦੈਨ 20 ਹੁੰਦਾ ਇਸ ਲੂਪ ਨੇ 20 ਟਾਈਮ ਐਕਸੀਕਿਊਟ ਹੋਣਾ ਫॉर ਲੂਪ ਉਸ ਕੇਸ 'ਚ ਹੀ ਯੂਜ਼ ਕੀਤੀ ਜਾਂਦੀ ਹੈ ਜਿਸ ਕੇਸ ਦੇ ਵਿੱਚ ਸਾਨੂੰ ਐਡਵਾਂਸ 'ਚ ਪਤਾ ਹੋਵੇ that ਸਾਡੀ ਜਿਹੜੀ ਲੂਪਿੰਗ ਸਟੇਟਮੈਂਟਸ ਹੈ ਇਹਨੇ ਕਿੰਨੇ ਵਾਰੀ ਐਕਸੀਕਿਊਟ ਜਦੋਂ ਐਡਵਾਂਸ 'ਚ ਪਤਾ it is used to carry out a looping operation that is to execute a sequence of statements fixed number of times ਉਸੇ ਕੇਸ ਦੇ ਵਿੱਚ ਹੀ ਅਸੀਂ for loop ਯੂਜ਼ ਕਰਦੇ ਹਾਂ ਜਦਕਿ while loop ਦੇ ਕੇਸ ਦੇ ਵਿੱਚ ਐਦਾਂ ਨਹੀਂ ਹੁੰਦਾ while loop ਦੇ ਕੇਸ ਦੇ ਵਿੱਚ ਸਾਡਾ ਡਿਫਰੈਂਟ ਕਨਸੈਪਟ ਹੁੰਦਾ for loop executes a block of statements until a specified condition is true ਜਦੋਂ ਤੱਕ x ਦੀ ਵੈਲਿਊ 20 ਤੱਕ ਹੈ 20 ਤੋਂ ਨੀਚੇ ਹੈ ਇਸ ਲੂਪ ਨੇ ਉਦੋਂ ਤੱਕ ਹੀ ਐਕਸੀਕਿਊਟ ਹੋਣਾ ਹੈ ਜਦੋਂ ਵੈਲਿਊ 20 ਹੋਗੀ ਜਾਂ 20 ਤੋਂ ਉੱਪਰ ਹੋਗੀ ਇਹ ਲੂਪ ਟਰਮੀਨੇਟ ਹੋ ਜਾਏਗੀ ਕੀ ਸਿੰਟੈਕਸ ਹੈ ਪਾਈਥਨ ਦੇ ਵਿੱਚ ਮੈਂ ਤੁਹਾਨੂੰ ਹੁਣੇ C ਦਾ ਸਿੰਟੈਕਸ ਦਿਖਾਇਆ ਸੀ ਲੇਕਿਨ ਪਾਈਥਨ ਦੇ ਵਿੱਚ ਇਹਦਾ ਸਿੰਟੈਕਸ ਡਿਫਰੈਂਟ ਹੈ for value in sequence body of for ਕਿੱਦਾਂ ਹੈ ਇੱਥੋਂ ਤੁਹਾਡਾ ਸਿੰਟੈਕਸ ਤੋਂ ਤੁਹਾਨੂੰ ਬਹੁਤ ਆਈਡੀਆ ਨਹੀਂ ਹੋਏਗਾ ਲੁੱਕ ਐਟ ਦਿਸ ਵਨ ਇੱਥੋਂ ਵੀ ਅਜੇ ਆਈਡੀਆ ਨਹੀਂ ਹੋਏਗਾ write a program to demonstrate the use of for loop value is equal to 1 comma 2 comma 3 तीन वैल्यूज इनिशियली में देती हैं for x in value ਹੁਣ syntax देखो look at the syntax for x in value for ਇੱਥੇ val ਲਿਖਿਆ ਨਾ val ਦਾ ਮਤਲਬ ਇਹ ਹੈ ਵੇਰੀਏਬਲ ਕਿਹੜਾ ਵੇਰੀਏਬਲ ਹੈ in sequence for x in value print x ਇਹਦਾ ਮਤਲਬ ਹੈ x ਦੇ ਵਿੱਚ x ਦੀ ਜਿਹੜੀ ਵੈਲਿਊ ਹੈ ਜਦੋਂ 1 ਹੋ ਰਹੀ ਹੈ 2 ਹੋ ਰਹੀ ਹੈ 3 ਹੋ ਰਹੀ ਹੈ ਇਨੀਸ਼ੀਅਲ ਵੈਲਿਊ x ਦੀ ਕੀ ਹੈ ਉਸ ਤੋਂ ਬਾਅਦ ਉਹ ਵੈਲਿਊ ਪਹਿਲਾਂ 1 ਆ ਰਹੀ ਹੈ ਫਿਰ ਵੈਲਿਊ 2 ਆ ਰਹੀ ਹੈ ਫਿਰ ਵੈਲਿਊ 3 ਆ ਰਹੀ ਹੈ print x this is the simplest program to demonstrate a for loop ਮੈਂ ਇਸੇ ਪ੍ਰੋਗਰਾਮ ਨੂੰ ਤੁਹਾਡੇ ਹੁਣ ਆਈਡਲ ਦੇ ਨਾਲ ਐਕਸੀਕਿਊਟ ਕਰਕੇ ਦਿਖਾਣਾ ਹੈ look at this program ਤੁਹਾਡੇ ਸਾਹਮਣੇ we got idle screen ਇਸ ਪ੍ਰੋਗਰਾਮ ਨੂੰ ਸੇਵ ਕਰਦੇ ਹਾਂ value is equal to 1 2 3 ਇਹਦਾ ਜ਼ਰੂਰੀ ਮਤਲਬ ਵੈਲਿਊ ਨਹੀਂ ਹੈ ਇਹਦੇ ਚ ਤੁਸੀਂ ਕੁਝ ਹੋਰ ਬਾਅਦ ਵੀ ਲਿਖ ਸਕਦੇ ਹੋ ਮੈਂ ਤੁਹਾਨੂੰ ਤਾਂ ਡਿਫਰੈਂਟ ਕਰਕੇ ਵੀ ਦਿਖਾਉਂਗਾ for x is equal for x in value print x ਇਸ ਪ੍ਰੋਗਰਾਮ ਨੂੰ ਰਨ ਕਰੀਏ expected an indented block ਇੱਥੇ ਇੰਡੈਂਟੇਸ਼ਨ ਚਾਹੀਦੀ ਹੈ ਪ੍ਰਿੰਟ ਦੇ ਵਿੱਚ save run and if I display you the output ਤੁਹਾਡੇ ਸਾਹਮਣੇ ਆਊਟਪੁੱਟ ਸਕਰੀਨ ਤੇ ਆ ਰਿਹਾ ਹੈ 1 2 3 ਤਿੰਨੋਂ ਵਾਲੀਆਂ ਤੁਹਾਡੇ ਸਕਰੀਨ ਦੇ ਸਾਹਮਣੇ ਡਿਸਪਲੇ ਹੋ ਰਹੀ ਐਂਡ ਅਗਰ ਮੈਂ ਇਸ ਸਟੇਟਮੈਂਟ ਦੇ ਵਿੱਚ ਜਿਹੜਾ ਹੁਣ ਮੈਂ ਤੁਹਾਡਾ ਪ੍ਰੋਗਰਾਮ ਬਣਾਇਆ ਹੈ ਇਹਦੇ ਵਿੱਚ ਵੈਲਿਊ ਲਿਖ ਦਿੰਦਾ 4 5 6 7 8 if I'll write this one
इस प्रोग्राम ਨੂੰ ਐਗਜ਼ੀਕਿਊਟ ਕਰੀਏ then look at the output, this would be the output 1 ਤੋਂ ਲੈ ਕੇ 8 ਤੱਕ। ਲੇਕਿਨ ਇਹ ਪ੍ਰੋਗਰਾਮ ਦੇ ਵਿੱਚ ਕੀ ਹੈ, ਜੋ ਅਸੀਂ ਵੈਲਿਊ ਦਿੰਨੇ ਪਏ ਆ ਉਹ ਉਹਨਾਂ ਨੂੰ ਪ੍ਰਿੰਟ ਕਰਦਾ। ਅਗਰ ਮੈਂ ਚਾਹਾਂ ਯਾਰ ਮੈਂ ਲਿਖਾਂ ਵੀ ਮੇਰੇ ਕੋ ਕੁਐਸਚਨ ਪੁੱਛੇ ਕਿੰਨੀਆਂ ਵੈਲਿਊ ਪ੍ਰਿੰਟ ਕਰਨੀ ਹੈ, ਕਿੱਥੋਂ ਲੈ ਕੇ ਕਿੱਥੇ ਤੱਕ, ਤਾਂ ਦੈਨ ਮੈਨੂੰ ਇਸ ਪਾਰਟਿਕੂਲਰ ਪ੍ਰੋਗਰਾਮ ਨੂੰ ਚੇਂਜ ਕਰਨਾ ਪਏਗਾ, ਇਸ ਪਾਰਟਿਕੂਲਰ ਪ੍ਰੋਗਰਾਮ ਨੂੰ मॉडिफाई करना पड़ेगा। और वो मॉडिफिकेशन की है कि मैं मॉडिफिकेशन कैरी करूंगा। लुक एट द मॉडिफिकेशन, ये दिस वन। मैं ऐसे प्रोग्राम थोड़ा सा चेंज करते हैं। यस वैल्यू इज इक्वल टू इंट इनपुट एंटर एनी नंबर। हुन ए जिहड़ी वैल्यू है ना, ए जो वैल्यू है ना, ए वैल्यू कुछ भी हो सकती, इट कैन बी एनीथिंग जिहड़ा नंबर तुसीं इनपुट दोगे। पिछला प्रोग्राम च ਅਸੀਂ ਲਿਖਿਆ ਸੀਗਾ for x in value, लेकिन ਇੱਥੇ मैं x in value नहीं लिख रहा, ਇੱਥੇ मैं लिख रहा x in range। मैं इस चीज ਨੂੰ थोड़ा ਤੁਹਾਨੂੰ दोबारा एक्सप्लेन करना चाहना है। पिछला प्रोग्राम ਅਸੀਂ देखिए, लुक एट द लास्ट प्रोग्राम ਜਿਹੜਾ मैं ਤੁਹਾਨੂੰ डिस्कस कर रहा ਸੀਗਾ 1 2 3। वैल्यू इज इक्वल टू 1 2 3 फॉर x in value। वैल्यू दिया 3 वैल्यू है, 3 1 एंड 2 एंड 3 वैल्यू है। प्रिंट x ਇਹਨੇ 1 2 3 ਨੂੰ ਪ੍ਰਿੰਟ ਕਰ ਦਿੱਤਾ। लेकिन हुन मैं ਜਿਹੜਾ प्रोग्राम लिख रहे हैं ਉਹਦੇ ਵਿੱਚ ਮੈਂ ਇੱਕ ਰੇਂਜ ਸਟੇਟਮੈਂਟ ਲਿਆ ਰਿਹਾ। मैं रेंज स्टेटमेंट ਤੁਹਾਨੂੰ ਬਾਅਦ ਚ एक्सप्लेन ਕਰਾਂਗਾ, जस्ट इस टाइम मैं ਤੁਹਾਨੂੰ प्रैक्टिकली डेमोस्ट्रेट कर रहे हैं। वैल्यू इज इक्वल टू इंट इनपुट एनी नंबर, मतलब यूजर जो इस प्रोग्राम ਨੂੰ यूज करेगा वो नंबर कोई भी दे सकता है। फॉर x in ਇੱਥੇ वैल्यू नहीं आ रही ਆ, रेंज की है 1 ਤੋਂ ਲੈ ਕੇ वैल्यू तक, ਜਿੰਨੀ ਤੁਸੀਂ ਆਨਸਰ ਤੁਸੀਂ ਇਨਪੁਟ ਦੋਗੇ ਉੱਥੇ ਤੱਕ ਸਾਰੀ वैल्यू ਨੂੰ ਪ੍ਰਿੰਟ ਕਰ। मैं इस प्रोग्राम ਨੂੰ ਹੁਣ ਤੁਹਾਡੇ ਸਾਹਮਣੇ ਰਨ ਕਰਕੇ ਦਿਖਾਣਾ ਹੈ। देयर इज अ डिफरेंस ਜਦੋਂ ਅਸੀਂ ਉਹ ਪ੍ਰੋਗਰਾਮ ਰਨ ਕਰਦੇ ਹਾਂ और ਇਹ ਪਾਰਟਿਕੂਲਰ ਪ੍ਰੋਗਰਾਮ ਰਨ ਕਰਦੇ ਹਾਂ। आई विल सेव दिस पार्टिकुलर प्रोग्राम एंड रन दिस प्रोग्राम। और ਜਦੋਂ मैं इस प्रोग्राम ਨੂੰ ਰਨ कर रहे हैं, लुक एट द आउटपुट की आउटपुट आ रही है। ਇਹ पूछ रहे हैं एंटर एनी नंबर, मैं नंबर लिखा 12। ਇਹਨੇ 0 ਤੋਂ ਲੈ ਕੇ 11 तक वैल्यूज प्रिंट कर। while I'm using this, ਇਹਨੇ 0 ਤੋਂ ਲੈ ਕੇ 11 तक ਤੁਹਾਡੇ ਸਾਹਮਣੇ वैल्यूज प्रिंट कर ਦਿੱਤੀ ਹੈ। एंटर एनी नंबर, कोई भी नंबर ले सकते हो, ਤੁਸੀਂ कोई भी वैल्यू ਦਿੰਦੇ ਇਹਨੇ ਉਹਦੀਆਂ वैल्यूज ਤੁਹਾਡੇ ਸਾਹਮਣੇ प्रिंट कर ਦਿੱਤੀ। मैं ਹੁਣ ਇਸ ਪ੍ਰੋਗਰਾਮ ਦੇ ਵਿੱਚ ਇੱਕ ਪਾਰਟਿਕੂਲਰ ਮੋਡੀਫਿਕੇਸ਼ਨ ਕਰਾਂਗਾ। ਲੁੱਕ ਐਟ ਦਿਸ वन। मैं इस प्रोग्राम ਚ ਜਿਹੜਾ ਤੁਹਾਡੇ ਸਾਹਮਣੇ ਪ੍ਰੋਗਰਾਮ ਸ਼ੇਅਰ ਕੀਤਾ ਸੀ, इस प्रोग्राम ਚ ਇੱਕ ਮੋਡੀਫਿਕੇਸ਼ਨ ਕਰਨ ਲੱਗਾ। वैल्यू ਦਾ मतलब ਜ਼ਰੂਰੀ ਨਹੀਂ ਹੈ वैल्यू ਹੀ ਲਿਖਣਾ, ਤੁਸੀਂ ਇਹਨੂੰ v ਵੀ ਲਿਖ ਸਕਦੇ ਹੋ। ਲੁੱਕ ਐਟ ਦ ਸਕਰੀਨ, ਉਹ ਵੇਰੀਏਬਲ ਹੈ, ਉਹਦਾ ਨਾਮ ਕੁਝ ਵੀ ਲਿਖ ਸਕਦੇ ਹੋ। मैं जिथे ते v लिखता ते वैल्यू लिखना वैल्यू लिख दो। इफ यू फाइंड इट कंफर्टेबल वैल्यू लिख दो। ਉੱਥੇ x ਲਿਖਿਆ ਤੇ y ਵੀ ਲਿਖ ਸਕਦੇ ਹੋ, एनीथिंग। मान लो ਇੱਥੇ ਤੁਸੀਂ ਲਿਖਣਾ ਚਾਹੁੰਦੇ ਹੋ ਇਹਨੂੰ x ਲਿਖਣਾ ਚਾਹੁੰਦੇ ਹੋ, ਇਹਨੂੰ x ਲਿਖ ਦਿਓ। ਇਹਨੂੰ y ਲਿਖਣਾ ਚਾਹੁੰਦੇ ਹੋ y ਲਿਖ ਦਿਓ। ਇੱਥੇ x ਲਿਖ ਦਿਓ, ਇੱਥੇ y ਲਿਖ ਦਿਓ। ਪ੍ਰੋਗਰਾਮ ਫਿਰ ਵੀ ਰਨ ਹੋਏਗਾ। ਫਿਕਸ ਨਹੀਂ ਹੈ ਵੀ ਉਹਦੇ ਨਾਲ ਵੈਲ ਹੀ ਚੱਲਣਾ ਹੈ, ਜੋ ਉਹਦੇ ਨਾਲ ਉਹੀ ਚੱਲਣਾ ਹੈ, ਇਹ ਨੈਸੈਸਰੀ ਨਹੀਂ ਹੈਗਾ। मैं ਹੁਣ थोड़े वैल्यूज ਤੁਹਾਡੇ वेरिएबल्स ਨੂੰ ਚੇਂਜ ਕਰਦਾ। नाउ लुक एट दिस वन। प्रोग्राम ਉਹੀ ਹੈ ਜਿਹੜਾ ਤੁਹਾਡੇ ਸਾਹਮਣੇ ਸਕਰੀਨ ਤੇ ਆ ਰਿਹਾ ਹੈ। मैं ਹੁਣ ਇਸ ਤੋਂ ਬਾਅਦ ਕੀ ਲਿਖਦਾ ਪਿਆ, 2 ਕਰਤਾ। रेंज ਦੀ वैल्यू ਚ ਪਹਿਲਾ 1, ਉਸ ਤੋਂ ਬਾਅਦ ਜਿਹੜੀ ਫਾਈਨਲ वैल्यू ਹੈ x, एंड उस तो बाद मैं लिखता 2।
इस प्रोग्राम ਨੂੰ ਰਨ ਕਰਕੇ ਦੇਖਦੇ हैं। I'll run this program। ਜਦੋਂ ਪ੍ਰੋਗਰਾਮ ਨੂੰ ਰਨ ਕਰਾਂਗੇ ਤਾਂ this would be the output screen। मैं नंबर लिखता 20, आउटपुट डिफरेंट आ रहा, 1 3 5 7 9 11 13 15 17 19। यह प्रोग्राम की बन गया, राइट ए प्रोग्राम टू जनरेट फर्स्ट 10 odd numbers या all the odd numbers from 1 to 20। ਇਹ ਉਹ ਪ੍ਰੋਗਰਾਮ ਸਿਰਫ 3 ਲਾਈਨ ਦਾ ਪ੍ਰੋਗਰਾਮ ਹੈ। ਤੁਸੀਂ ਸ਼ਾਇਦ ਸੀ ਚ ਵੀ ਕੀਤਾ ਹੋਵੇਗਾ, ਤੁਸੀਂ ਚਾਹੇ ਜਾਵਾ ਚ ਵੀ ਇਹ ਪ੍ਰੋਗਰਾਮ ਕੀਤੇ ਹੋਗੇ। ਮੈਂ ਅਗਰ ਤੁਹਾਨੂੰ ਇਸ ਪ੍ਰੋਗਰਾਮ ਨੂੰ ਦੁਬਾਰਾ ਐਕਸਪਲੇਨ ਕਰਨਾ ਚਾਹਾਂ ਤਾਂ ਮੈਂ ਤੁਹਾਨੂੰ ਦੁਬਾਰਾ ਇਸ ਪ੍ਰੋਗਰਾਮ ਨੂੰ ਐਕਸਪਲੇਨ ਕਰਦਾ ਹੈ। ਇੱਕ ਜਿਹੜਾ ਨਾਰਮਲ ਪ੍ਰੋਗਰਾਮ ਹੈ ਮੈਂ ਉਸ ਨਾਰਮਲ ਪ੍ਰੋਗਰਾਮ ਨੂੰ ਵੀ ਐਕਸਪਲੇਨ ਕਰਦਾ ਔਰ ਮੈਂ ਤੁਹਾਨੂੰ ਜਿਹੜਾ ਪ੍ਰੋਗਰਾਮ ਹੁਣ ਮੈਂ ਡਿਵੈਲਪ ਕੀਤਾ ਉਹਦੇ ਨਾਲ ਵੀ ਐਕਸਪਲੇਨ ਕਰਨ ਲੱਗਾ। ਇੱਕ ਪਹਿਲਾ ਪ੍ਰੋਗਰਾਮ ਸੀ ਜਿਹਦੇ ਚ ਤੁਸੀਂ ਇਨਪੁਟ ਖੁਦ ਸਪੈਸੀਫਾਈ ਕਰਦੇ। ਦਿਸ ਪਾਰਟਿਕੂਲਰ ਪ੍ਰੋਗਰਾਮ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਨਪੁਟ ਖੁਦ ਸਪੈਸੀਫਾਈ ਕੀਤੀ ਹੈ। ਜਸਟ ਇਸ ਚੀਜ਼ ਤੇ ਧਿਆਨ ਨਾਲ ਕੰਸੈਂਟਰੇਟ ਕਰਨਾ। ਮੈਂ ਅੱਜ ਇਸੇ ਪੁਆਇੰਟ ਤੇ ਹੀ ਕੰਸੈਂਟਰੇਟ ਕਰਨਾ ਹੈ। ਬਾਰ-ਬਾਰ ਮੈਂ ਇਸ ਫੋਰ ਲੂਪ ਤੇ ਹੀ ਕੰਸੈਂਟਰੇਟ ਕਰਨਾ ਹੈ। ਫਲੋ ਚਾਰਟ ਸਭ ਐਕਸਪਲੇਨ ਹੁੰਦੇ ਹੈ। ਜਦੋਂ ਤੁਸੀਂ ਪ੍ਰੋਗਰਾਮ ਪ੍ਰੈਕਟੀਕਲੀ ਬਣਾਉਣਾ ਸਟਾਰਟ ਕਰ ਦੋਗੇ ਨਾ ਤਾਂ ਤੁਹਾਨੂੰ ਬਹੁਤ ਈਜ਼ੀ ਲੱਗੇਗਾ। ਇਹ ਪ੍ਰੋਗਰਾਮ ਦੇ ਵਿੱਚ ਵੈਲਿਊ ਇਜ਼ ਏ ਵੇਰੀਏਬਲ, ਯੂ ਕੈਨ ਨੇਮ ਇਟ ਐਨੀਥਿੰਗ। ਜ਼ਰੂਰੀ ਨਹੀਂ ਇਹਦਾ ਨਾਮ ਵੈਲਿਊ ਹੀ ਰੱਖਣਾ। ਅਸੀਂ ਇਹਦਾ ਨਾਮ ਵੈਲਿਊ ਰੱਖਿਆ, ਤੁਸੀਂ ਇਹਦਾ ਨਾਮ whatever you wish v1 ਰੱਖ ਲਓ और whatever t1 रख लो, जो वेरिएबल का नाम रखने हैं चाहे रख सकते। ठीक है, वैल्यू इज इक्वल टू 1 2 एंड 3, तीन वैल्यूज देती हैं। फॉर x इन वैल्यू, x ਦੇ ਵਿੱਚ ਸਿਰਫ तीन वैल्यूज मिलती हैं, 1 2 एंड 3 उन्हें वही प्रिंट कर दिया। ਇਹ ਪ੍ਰੋਗਰਾਮ ਕੋਈ ਖਾਸ ਨਹੀਂ ਹੈ, ਲੇਕਿਨ ਜਿਹੜਾ ਪ੍ਰੋਗਰਾਮ ਖਾਸ ਹੈ ਉਹ ਪ੍ਰੋਗਰਾਮ ਤੁਹਾਡਾ ਰੇਂਜ ਦਾ ਹੈ। In the program, the first statement is value is equal to 1 2 and 3। This is called as the range of the loop। जो तीन ही वैल्यूज है 1 2 ਤੇ 3, इन्हें तीनों ਨੂੰ ਹੀ प्रिंट करना है। This is called as the range। The range for a for loop generates a list of value। This is a list which is represented as sequence type। And a list, a sequence in Python is a succession of values bound together by a special name। लेकिन ਇਹ ਤਾਂ ਉਹ ਹੈ ਜਿੱਥੇ ਅਸੀਂ ਆਲਰੇਡੀ ਇਨਪੁਟ ਵੈਲਿਊਜ਼ ਦਿੰਨੇ, ਲੇਕਿਨ ਹਰ ਜਗ੍ਹਾ ਤੇ ਅਸੀਂ ਇਨਪੁਟ ਵੈਲਿਊਜ਼ ਦੇਣਾ ਪ੍ਰੈਫਰ ਨਹੀਂ ਕਰਦੇ। ਅਸੀਂ ਚਾਹੁੰਦੇ ਹਾਂ ਯੂਜ਼ਰ ਵੈਲਿਊ ਦੇਵੇ, ਉਸ ਤੋਂ ਬਾਅਦ ਉਹਦੇ ਅਕੋਰਡਿੰਗਲੀ ਆਊਟਪੁੱਟ ਜਨਰੇਟ ਹੋ ਜਾਏ। ਐਂਡ ਫॉर दैट ਅਸੀਂ ਜਿਹੜੀ ਸਟੇਟਮੈਂਟ ਯੂਜ਼ ਕਰਦੇ ਹਾਂ that is this range statement। range statement ਦੇ ਵਿੱਚ ਤੁਸੀਂ ਲੋਅਰ ਲਿਮਿਟ ਸਪੈਸੀਫਾਈ ਕਰਦੇ ਹੋ, range statement ਦੇ ਵਿੱਚ ਤੁਸੀਂ ਅਪਰ ਲਿਮਿਟ ਸਪੈਸੀਫਾਈ ਕਰਦੇ ਹੋ। लुक एट दिस वन। मैं नेक्स्ट एग्जांपल ਜਿਹੜੀ ਤੁਹਾਡੇ ਸਾਹਮਣੇ ਲੈ ਕੇ ਆਇਆ ਸੀ, ਇਹਦੇ ਵਿੱਚ ਮੈਂ ਰੇਂਜ ਸਟੇਟਮੈਂਟ ਯੂਜ਼ ਕੀਤੀ ਥੀ। this is the lower limit, this is the upper limit। upper limit यूजर ਦਿੰਦਾ ਹੈ। ਮੈਂ ਤੁਹਾਨੂੰ ਦੁਬਾਰਾ ਇਸ ਚੀਜ਼ ਨੂੰ ਐਕਸਪਲੇਨ ਕਰਾਂਗਾ। ਲੁਕ ਐਟ ਦ ਰੇਂਜ ਸਟੇਟਮੈਂਟ। ਰੇਂਜ ਸਟੇਟਮੈਂਟ ਦਾ ਸਿੰਟੈਕਸ ਹੈ ਲੋਅਰ ਲਿਮਿਟ ਅਪਰ ਲਿਮਿਟ। ਅਗਰ 0 ਤੋਂ ਲੈ ਕੇ 10 ਹੈ ਤਾਂ ਇਹਨੇ 0 1 2 3 4 5 6 7 8 9 टोटल 10 वैल्यू जनरेट करनी। The upper value is y minus the upper limit, 10 minus 1 is equal to। So range statement यूज कर रहे हैं, किथे यूज करांगे जिथे ਅਸੀਂ ਚਾਹਨੇ ਹੈ यूजर ਵੱਲੋਂ ਇਨਪੁਟ ਦਿੱਤੀ ਜਾਵੇ। there we will use this range statement। मैं ਤੁਹਾਡਾ ਇਹ ਪ੍ਰੋਗਰਾਮ ਤੁਹਾਡੇ ਸਾਹਮਣੇ ਦੁਬਾਰਾ ਬਣਾ ਕੇ ਦਿਖਾਣਾ ਹੈ, ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈ ਨਾ, इस प्रोग्राम तो बहुत काइंड दियां आउटपुट्स जनरेट होनी है। फ्रॉम दिस पर्टिकुलर प्रोग्राम ਅਸੀਂ ਕਈ ਕਾइंड दियां आउटपुट जनरेट करांगे। लुक एट दिस। मैं ਹੁਣ ਤੁਹਾਡੇ को आई एम गोइंग टू टेक यू टू पाइथन ਦੀ ਸਕਰੀਨ ਤੇ ਲੈ ਕੇ ਜਾ ਰਿਹਾ। ਇਹੀ ਪ੍ਰੋਗਰਾਮ ਹੁਣ ਮੈਂ ਤੁਹਾਨੂੰ ਐਕਸਪਲੇਨ ਕਰ ਚੁੱਕਾ ਹੈ। वैल्यू इज इक्वल टू इंट इनपुट एनी नंबर। यूजर कोई भी नंबर एंटर कर सकते। फॉर स्टेटमेंट फॉर x in range, this is the range, the lower limit,
This is the upper limit. ਵੈਲਿਊ ਯੂਜ਼ਰ ਨੇ ਇਨਪੁਟ ਕੀਬੋਰਡ ਤੋਂ ਲੈਣੀ ਹੈ। ਤੁਸੀਂ ਕੀ ਜਦੋਂ ਪ੍ਰੋਗਰਾਮ ਨੂੰ ਰਨ ਕਰਦੇ ਹੋ ਤੁਸੀਂ ਵੈਲਿਊ ਦੀ ਵੈਲਿਊ ਐਂਟਰ ਕਰਦੇ ਹੋ। ਇਹਨੂੰ ਮੈਂ ਵੈਲਿਊ ਨਾ ਛੱਡਾ, ਵੈਲਿਊ ਅਲੱਗ ਬੜਾ ਹੁੰਦਾ ਪਿਆ। ਇਹਨੂੰ ਮੈਂ ਲਿਖ ਦਿੰਦਾ ਹੈ v1 ਲਿਖ ਦਿੰਦਾ। ਬਾਰ-ਬਾਰ ਵੈਲਿਊ ਹੁੰਦੀ ਹੈ, ਉਹਦੇ ਨਾਲ ਥੋੜਾ ਕਨਫਿਊਜ਼ਨ ਹੋ ਜਾਂਦਾ। I will write it as v1. Okay. v1 that is equal to int input any number for x in range 1 to v1. 1 is your initial value, v1 is your final value. मैं इथे ਇਹ ਕਰਦਾ ਯਾਰ, ਅਗਰ ਜਦੋਂ ਇਸ ਮੈਂ ਪ੍ਰੋਗਰਾਮ ਨੂੰ ਰਨ ਕੀਤਾ ਸੀਗਾ, ਇਸ ਪ੍ਰੋਗਰਾਮ ਨੂੰ ਮੈਂ ਰਨ ਕਰਕੇ ਮੈਂ ਥੋੜੇ ਜਿਹੇ ਚੇਂजेस ਤੁਹਾਨੂੰ ਕਰਕੇ ਦਿਖਾਉਂਗਾ। ਇਸ ਪਾਰਟਿਕੂਲਰ ਪ੍ਰੋਗਰਾਮ ਨੂੰ ਜਦੋਂ ਅਸੀਂ ਰਨ ਕਰ ਰਹੇ ਹਾਂ ਤੁਹਾਡੇ ਸਾਹਮਣੇ ਆਊਟਪੁੱਟ ਆ ਰਹੀ ਹੈ this one, enter any number। ਮੈਂ ਨੰਬਰ ਐਂਟਰ ਕੀਤਾ 20, ਇਹਨੇ 0 ਤੋਂ ਲੈ ਕੇ 19 ਤੱਕ ਵੈਲਿਊਜ਼ ਡਿਸਪਲੇ ਕਰਤੀਆਂ, ਤੁਹਾਡੇ ਸਾਹਮਣੇ ਸਕਰੀਨ ਤੇ ਆ ਰਹੀਆਂ 1 2 3 ਅਪ ਟਿਲ 19 ਸਾਰੀਆਂ ਦੀ ਸਾਰੀ ਤੁਹਾਨੂੰ ਵੈਲਿਊ ਨੇ ਜਨਰੇਟ ਕਰਕੇ ਦਿਖਾਤੀ। लेकिन अगर इफ इन एनी केस अगर मैं की चाहना है मैं ਇਹਦੀ ਜਗ੍ਹਾ ਤੇ इंस्टेड ऑफ दिस वन मैं चेंज करना कोई और चीज इससे प्रोग्राम में बार बार मॉडिफिकेशंस करांगा ਤੁਸੀਂ डिफरेंट काइंड ਦੀ वैल्यूज जनरेट कर सकोगे। अगर मैं एक ਦੀ ਜਗ੍ਹਾ ਤੇ 5 ਲਿਖਦਾ स्टार्टिंग वैल्यू 5 लिखता and then I will run this particular program। Look at the output on change होएगी। this is the output screen। अब बॉटम पे आ गया 20 लिखते हैं, इन्हें 5 तो स्टार्ट करना। इनिशियल वैल्यू फाइनल वैल्यू 5 तो लेके जे 20 लिखा एक कट वैल्यू 19 तक इन्हें लिस्ट जनरेट कर देनी है। ਤੁਸੀਂ ਇਨੀਸ਼ੀਅਲ ਵੈਲਿਊ ਨੂੰ ਵੀ ਚੇਂਜ ਕਰ ਸਕਦੇ ਹੋ, ਤੁਸੀਂ ਫਾਈਨਲ ਵੈਲਿਊ ਨੂੰ ਵੀ ਚੇਂਜ ਕਰ ਸਕਦੇ ਹੋ। both ways ਹੈ। you can change initial value also, you can change final value also। range ਦੇ ਵਿੱਚ initial value, range ਦੇ ਵਿੱਚ final value। ਔਰ ਇਹ ਵੀ ਕਰ ਸਕਦੇ ਹੋ ਤੁਸੀਂ ਆਪਸ ਦੇ ਵਿੱਚ, ਨਹੀਂ ਤਾਂ ਇੱਕ ਇੱਕ ਦੇ ਇੰਕਰੀਮੈਂਟ ਕਰਦੀ ਹੈ। ਅਗਰ ਮੈਂ ਚਾਹਨਾ ਦੋ ਦਾ ਤਾਂ ਇੰਕਰੀਮੈਂਟ ਕਰੇ। ਪਹਿਲੀ ਵੈਲਿਊ 1 ਹੈ, 1 ਚ 2 ਐਡ ਕਰੀਏ 3, 3 ਚ 2 ਐਡ ਕਰੀਏ 5, 5 ਚ 2 ਐਡ ਕਰੀਏ 7। अगर ਤੁਸੀਂ ऑड नंबर जनरेट करना चाहते हो ਤਾਂ ਵੀ ਇਹੀ ਪ੍ਰੋਗਰਾਮ ਹੈ। ਲੁੱਕ ਐਟ ਦਿਸ ਪ੍ਰੋਗਰਾਮ। ਇਹਦੇ ਵਿੱਚ ਮੈਂ ਕੀ ਕੀਤਾ, ਇਨੀਸ਼ੀਅਲ ਵੈਲਿਊ 1 ਹੈ, ਆ ਫਾਈਨਲ ਵੈਲਿਊ ਤੁਸੀਂ ਜਦੋਂ ਕੀਬੋਰਡ ਤੋਂ ਪ੍ਰੋਗਰਾਮ ਰਨ ਕਰੋਗੇ ਤਾਂ ਦੋਗੇ ਤੇ ਇਹਨਾਂ ਦੇ ਵਿੱਚ ਹਰ ਵੈਲਿਊ ਦੇ ਵਿੱਚ 2 ਦਾ ਡਿਫਰੈਂਸ ਹੋਏਗਾ। ਔਰ ਅਗਰ ਇਸ ਪਾਰਟਿਕੂਲਰ ਪ੍ਰੋਗਰਾਮ ਨੂੰ ਰਨ ਕਰੀਏ then this would be the output ਜੋ ਤੁਹਾਡੀ ਸਕਰੀਨ ਤੇ ਆ ਰਹੀ ਹੈ। enter any number मैं 20 एंटर किया, इन्हें 1 तो बाद 2 ऐड किया 3, 3 तो बाद 2 ऐड किया 5, 5 तो बाद 2 ऐड किया 7, 7 तो बाद 2 ऐड किया 9, 11 13 15 17 19। ए प्रोग्राम कहता है राइट ए प्रोग्राम टू जनरेट ऑल ऑड नंबर्स फ्रॉम 1 to 20। 1 तो लेके 20 तक जिन्ने ऑड नंबर्स है वो जनरेट। मैं अगर चाहवा मैं इवन नंबर जनरेट करना चाहवा 20 तो नीचे नीचे, सिर्फ 20 तो नीचे नीचे नहीं है, ਤੁਸੀਂ 200 तो भी कर सकते हो। ਤੁਹਾਨੂੰ ਉਹ ਵੀ ਕਰਕੇ ਦਿਖਾਉਂਗਾ। ਕੋਈ ਇਹ ਲਿਮਿਟ ਨਹੀਂ ਹੈ ਵੀ 20 ਦੇ ਥੱਲੇ ਤੱਕ ਹੀ ਚੱਲਨੇ ਹੈ। ਮੈਂ 20 ਦੀ ਇੱਕ ਪਾਰਟਿਕੂਲਰ ਵੈਲਿਊ ਲਈ ਹੈ। ਅਗਰ ਚਾਹੋ मैं अगर चाहना मैं इवन नंबर जनरेट करना चाहवा मैं 2 तो स्टार्ट करांगा। 2 तो बाद 4 आएगा, 4 तो बाद 6 आएगा, 6 ਤੋਂ ਬਾਅਦ 8 ਆਏਗਾ। ਇਸ ਪ੍ਰੋਗਰਾਮ ਨੂੰ ਰਨ ਕੀਤਾ, this is the output। ਇੱਥੇ ਮੈਂ ਲਿਖਦਾ 20 2 4 6 8 10 18 ਤੱਕ ਤੁਹਾਡੇ ਈਵਨ ਨੰਬਰ ਜਨਰੇਟ। और अगर मैं चाहवा राइट ए प्रोग्राम टू जनरेट फर्स्ट 20 इवन नंबर्स। अगर 20 इवन नंबर्स था ना, एक किन्ने जनरेट होए, एक इवन नंबर, 2 इवन नंबर, 3 4 5 6
7 8 9 ਇਹਦਾ 9 ਜਨਰੇਟ ਹੋਏ 10 ਵੀ ਨਹੀਂ ਜਨਰੇਟ ਹੋਏ 20 ਤੱਕ ਅਗਰ 20 10 ਜਨਰੇਟ ਕਰਨੇ ਸੀ ਤਾਂ ਮੈਨੂੰ ਇੱਥੇ 21 ਲਿਖਣਾ ਚਾਹੀਦਾ ਸੀਗਾ ਅਗਰ ਮੈਂ ਪਹਿਲੇ 10 ਈਵਨ ਨੰਬਰ ਜਨਰੇਟ ਕਰਨਾ ਚਾਹੁੰਦਾ ਨਾ then ਮੈਨੂੰ ਕੋਡਿੰਗ ਦੇ ਵਿੱਚ 21 ਲਿਖਣਾ ਚਾਹੀਦਾ ਹੈ look at this program ਤੁਹਾਡੇ ਕੋ ਕਈ ਵਾਰੀ ਪੇਪਰ 'ਚ ਪ੍ਰੋਗਰਾਮ ਬਣ ਕੇ ਆ ਸਕਦਾ ਹੈ I'll run this particular program again अगर मैं इतने 21 लिखूंगा तब पहले 10 इवन नंबर जनरेट और अगर मैं पहले 20 इवन नंबर जनरेट करना चाहना है तो मैं तो 41 लिखांगा और अगर मैं पहले 30 जनरेट करना है 61 दिस इज द वे तुसी इस वे ना कैलकुलेट करके अपने इवन नंबर्स एंड ऑड नंबर्स जनरेट कर सकते हो यूजिंग दिस पर्टिकुलर स्टेटमेंट है कि है एक फॉर लूप है बार बार स्टेटमेंट्स लिखने की जरूरत नहीं है यूजिंग दिस पर्टिकुलर फॉर लूप और उस फॉर लूप ਦਾ ਇਸ ਸਿੰਟੈਕਸ ਦੇ ਨਾਲ ਇਸ ਰੇਂਜ ਸਟੇਟਮੈਂਟ ਦੇ ਨਾਲ ਤੁਸੀਂ ਜਿੰਨੀ ਸਟਾਰਟਿੰਗ ਵੈਲਿਊ ਸਪੈਸੀਫਾਈ ਕਰ ਸਕਦੇ ਹੋ ਫਾਈਨਲ ਵੈਲਿਊ ਸਪੈਸੀਫਾਈ ਕਰ ਸਕਦੇ ਹੋ ਕਿੰਨਾ ਇੰਕਰੀਮੈਂਟ ਚਾਹਨਾ ਹੈ ਇੱਕ ਦਾ ਚਾਹੀਦਾ ਜੇ ਤੁਸੀਂ ਕੁਝ ਨਹੀਂ ਸਪੈਸੀਫਾਈ ਕਰੋਗੇ ਇੱਕ ਦਾ ਇੰਕਰੀਮੈਂਟ ਕਰੇਗਾ ਜੇ ਦੋ ਲਿਖੋਗੇ ਦੋ ਦਾ ਕਰੇਗਾ ਜੇ ਤੁਸੀਂ ਤਿੰਨ ਲਿਖੋਗੇ ਤਿੰਨ ਦਾ ਕਰ ਦੇਗਾ ਜੇ ਤੁਸੀਂ ਚਾਰ ਲਿਖੋਗੇ ਚਾਰ ਦਾ ਕਰ ਦੇਗਾ ਪੰਜ ਲਿਖੋਗੇ ਪੰਜ ਦਾ ਕਰ ਦੇਗਾ ਉਹਨਾਂ ਡਿਫਰੈਂਸ ਪਾ ਦੇਗਾ ਔਰ ਉਸ ਦੇ ਅਕੋਰਡਿੰਗਲੀ ਤੁਹਾਡੀ ਆਊਟਪੁੱਟ ਜਨਰੇਟ दिस इज जस्ट आज का जो मैंने लेक्चर लिया है एक फॉर लूप की मैं इंट्रोडक्शन का लिया क्योंकि फॉर लूप वाइल लूप एंड इफ स्टेटमेंट्स ए बिल्कुल हार्ट ऑफ एनी प्रोग्रामिंग लैंग्वेज कोई भी प्रोग्रामिंग लैंग्वेज असीं लर्न करनी है ना तो सानू इन्हां लूप्स की स्टेटमेंट्स से बहुत कंसंट्रेट करना पैना एंड टुडे आज मैं सिर्फ एक इंट्रोडक्शन दी है फॉर लूप की है एक प्रोग्राम नॉर्मल जी ऑलरेडी इनपुट है दूसरी तुहाडे थ्रू इनपुट दे के प्रोग्राम के थ्रू इनपुट दे के ਉਹਦੇ ਕੰਟੈਕਟ ਆਊਟਪੁੱਟ ਜਨਰੇਟ ਕੀਤੀ ਹੈ ਵਿਦ ਦਿਸ ਮੈਂ ਅੱਜ ਦਾ ਟੌਪਿਕ ਇੰਟਰੋਡਕਸ਼ਨ ਦਾ ਟੌਪਿਕ ਇੱਥੇ ਕੰਪਲੀਟ ਕਰ ਰਿਹਾ ਐਂਡ ਕੱਲ ਮੈਂ ਫਿਰ ਫॉर ਲੂਪ ਤੇ ਹੀ ਗੱਲ ਕਰਾਂਗਾ ਫॉर ਲੂਪ ਦੇ ਹੀ ਪ੍ਰੋਗਰਾਮ ਦੀ ਗੱਲ ਕਰਾਂਗਾ ਔਰ ਉਸ ਤੋਂ ਬਾਅਦ ਮੈਂ ਤੁਹਾਡੀ ਵਾਈਲ ਲੂਪ ਤੇ ਕੰਟੈਕਟ ਕਰਾਂਗਾ ਥੈਂਕ ਯੂ ਫॉर ਟੁਡੇ ਬੱਚੇ ਅੱਛਾ ਇਦਾਂ ਹੈ ਮੇਰੇ ਕੋਲ 1 ਮਿੰਟ ਹੈਗਾ ਮੈਂ ਜਿਹੜਾ ਫॉर ਲੂਪ ਦਾ ਪ੍ਰੋਗਰਾਮ ਕੀਤਾ ਸਿਰਫ ਛੋਟਾ ਜਿਹਾ 3 ਲਾਈਨ ਦਾ ਪ੍ਰੋਗਰਾਮ ਹੈ रिकॉर्डिंग बंद कर चुका हूँ फॉर लूप का प्रोग्राम बड़ा छोटा या 3 लाइन का प्रोग्राम है और इस प्रोग्राम छोटी छोटी वेरिएशंस करके तुसी कई काइंड दी आउटपुट जनरेट कर सकते हो एंड बार बार मैं कह रहा हूँ प्रैक्टिकली करके देखियो ताकि तुहानू मजा आएगा ओके बेटे थैंक्स फॉर टुडे बाय